Hello students, my name is Kamaldeep Singh and I am working as a physics lecturer in Meritorious School Mohali. ਅੱਜ ਮੈਂ ਤੁਹਾਡੇ ਨਾਲ ਫਿਜ਼ਿਕਸ ਦਾ ਬਹੁਤ ਇੰਪੋਰਟੈਂਟ ਟੌਪਿਕ ਡਿਸਕਸ ਕਰਾਂਗਾ ਅੰਪੀਅਰ ਸਰਕੂਟਲ ਲਾਅ। ਤੇ ਆਪਾਂ ਸਟਾਰਟ ਕਰਦੇ ਹਾਂ ਇਸ ਟੌਪਿਕ ਨੂੰ। ਅੰਪੀਅਰਸ ਲਾਅ ਦੇ ਬਾਰੇ ਆਪਾਂ ਅੱਜ ਜਾਣਾਂਗੇ। ਇਹ ਜੋ ਲਾਅ ਹੈ ਇਹ ਤੁਹਾਡੇ ਕੋਲ यूनिट 3 ਦੇ ਅੰਦਰ ਆਉਂਦਾ ਹੈ। ਮੈਗਨੈਟਿਕ ਫੀਲਡ ਵਾਲਾ ਜਿਹੜਾ ਤੁਹਾਡਾ ਚੈਪਟਰ ਹੈ ਫਿਜ਼ਿਕਸ ਦੇ ਅੰਦਰ यूनिट 3 ਉਸ ਦੇ ਵਿੱਚ ਇਹ ਲਾਅ ਹੈ ਤੇ ਇਹ ਲਾਅ ਤੁਹਾਡੇ ਸਿਲੇਬਸ ਦੇ ਅੰਦਰ ਬੜੀ ਖਾਸ ਮਹੱਤਤਾ ਰੱਖਦਾ ਹੈ। ਅੱਜ ਆਪਾਂ ਇਸੇ ਲਾਅ ਦੇ ਬਾਰੇ ਜਾਣਾਂਗੇ ਤੇ ਇਸ ਦੇ ਇੰਟਰੋਡਕਸ਼ਨ ਬਾਰੇ ਦੇਖਦੇ ਆਪਾਂ। ਇਸ ਨੂੰ ਪਹਿਲੀ ਵਾਰ ਇਸ ਨੂੰ ਐਂਡਰੀ ਮੈਰੀ ਅੰਪੀਅਰ ਨੇ ਡਿਸਕਵਰ ਕੀਤਾ ਸੀ 1826 ਦੇ ਵਿੱਚ। ਇਹ ਐਂਡਰੀ ਮੈਰੀ ਅੰਪੀਅਰ ਇੱਕ ਫਿਜ਼ਿਕਸ ਐਂਡ ਮੈਥਮੈਟੀਸ਼ੀਅਨ ਸੀ। 1826 ਦੇ ਵਿੱਚ ਫਸਟ ਵਾਰ ਇਸਨੇ ਇਸ ਲਾਅ ਦੇ ਬਾਰੇ ਦੱਸਿਆ। ਇਹ ਜੋ ਲਾਅ ਹੈ ਆਪਣੇ ਕੋਲ ਇਸ ਟਾਈਪ ਦਾ ਲਾਅ ਤੁਸੀਂ यूनिट 1 ਦੇ ਅੰਦਰ ਇਲੈਕਟ੍ਰੋਸਟੈਟਿਕ ਦੇ ਵਿੱਚ ਵੀ ਪੜ੍ਹਿਆ ਹੋਇਆ ਹੈ। ਉਸ ਦੇ ਵਿੱਚ ਇੱਕ ਲਾਅ ਪੜ੍ਹਿਆ ਸੀ ਜਿਸ ਨੂੰ ਬੋਲਦੇ ਨੇ ਗੌਸ ਲਾਅ। ਤੇ ਗੌਸ ਲਾਅ ਆਪਾਂ ਨੂੰ ਕੀ ਕਹਿੰਦਾ ਹੈ? ਗੌਸ ਲਾਅ ਆਪਾਂ ਨੂੰ ਬੇਸਿਕਲੀ ਦੱਸਦਾ ਹੈ ਇਲੈਕਟ੍ਰਿਕ ਫੀਲਡ ਐਂਡ ਚਾਰਜ ਦੇ ਵਿੱਚ ਕੀ ਰਿਲੇਸ਼ਨ ਹੈ। We know Gauss law in electrostatic tells us relation between electric field and charge. ਇਲੈਕਟ੍ਰਿਕ ਫੀਲਡ ਐਂਡ ਚਾਰਜ ਦੇ ਵਿੱਚ ਕੀ ਰਿਲੇਸ਼ਨ ਹੁੰਦਾ ਹੈ ਇਹ ਸਾਨੂੰ ਇਹ ਲਾਅ ਦੱਸਦਾ ਹੈ ਜਿਸ ਨੂੰ ਆਪਾਂ ਗੌਸ ਲਾਅ ਬੋਲਦੇ ਹਾਂ। ਤੇ ਇਹ ਜੋ ਲਾਅ ਦੀ ਜੋ ਇਕੁਏਸ਼ਨ ਹੁੰਦੀ ਹੈ ਉਹ ਇਸ ਤਰ੍ਹਾਂ ਤੁਸੀਂ ਜ਼ਰੂਰ ਦੇਖੀ ਹੋਏਗੀ यूनिट 1 ਦੇ ਅੰਦਰ। ਇਸ ਤਰ੍ਹਾਂ ਲਿਖਿਆ ਜਾਂਦਾ ਹੈ ਕਿ ਕਲੋਜ਼ ਇੰਟੀਗ੍ਰੇਸ਼ਨ ਆਫ E ਡਾਟ dA ਇਜ਼ ਇਕੁਅਲ ਟੂ ਚਾਰਜ ਇਨਕਲੋਜ਼ ਡਿਵਾਈਡਿਡ ਬਾਈ ਐਪਸਾਈਲਨ ਨॉट। ਇਹ ਗੌਸ ਲਾਅ ਦੀ ਇਕੁਏਸ਼ਨ ਹੈ। ਇੱਥੇ E ਇਲੈਕਟ੍ਰਿਕ ਫੀਲਡ ਹੁੰਦਾ ਹੈ ਔਰ ਜੋ dA ਹੈ ਉਹ ਏਰੀਆ ਵੈਕਟਰ ਹੈ। Q ਜਿਹੜਾ ਹੁੰਦਾ ਹੈ ਉਹ ਚਾਰਜ ਹੁੰਦਾ ਹੈ ਤੇ ਇਹ ਉਹ ਚਾਰਜ ਹੁੰਦਾ ਹੈ ਜਿਹੜਾ ਇੱਕ ਗੌਸ਼ੀਅਨ ਸਰਫੇਸ ਦੇ ਅੰਦਰ ਇਨਕਲੋਜ਼ ਹੁੰਦਾ ਹੈ, ਮਤਲਬ ਜਿਹੜਾ ਗੌਸ਼ੀਅਨ ਸਰਫੇਸ ਦੇ ਅੰਦਰ ਦਾ ਚਾਰਜ ਹੁੰਦਾ ਹੈ। ਇੱਥੇ ਜਿਹੜਾ ਸਿੰਬਲ ਬਣਾਉਂਦੇ ਆਪਾਂ ਕਲੋਜ਼ ਦਾ, ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਆਪਾਂ ਜਿਹੜਾ ਇਹ ਇੰਟੀਗ੍ਰੇਸ਼ਨ ਦਾ ਹੱਲ ਹੈ, ਇਹ ਇੰਟੀਗ੍ਰੇਸ਼ਨ ਨੂੰ ਜੋ ਸੋਲਵ ਕਰਾਂਗੇ ਉਹ ਕਿਸੇ ਕਲੋਜ਼ ਸਰਫੇਸ ਥਾਂ ਨਹੀਂ ਕਰਾਂਗੇ। ਉਸਨੂੰ ਉਹ ਪਾਥ ਕਲੋਜ਼ ਹੋਏਗਾ ਸਰਫੇਸ, ਕਿਉਂਕਿ ਆਪਾਂ ਕਿਸੇ ਏਰੀਆ ਥਾਂ ਨਹੀਂ ਇੰਟੀਗ੍ਰੇਸ਼ਨ ਕਰ ਰਹੇ ਹੁੰਦੇ ਨਾ, ਤਾਂ ਉਹ ਇੰਟੀਗ੍ਰੇਸ਼ਨ ਜਿਸ ਏਰੀਆ ਥਾਂ ਨਹੀਂ ਹੋਏਗਾ ਉਹ ਕਲੋਜ਼ ਹੋਏਗਾ ਤੇ ਚਾਰਜ ਉਸ ਕਲੋਜ਼ਡ ਸਰਫੇਸ ਦੇ ਅੰਦਰ ਦੀ ਵਾਲਾ ਚਾਰਜ ਹੈ। ਮਤਲਬ ਇਹ ਜੋ ਲਾਅ ਹੁੰਦਾ ਹੈ ਇਹ ਲਾਅ ਆਪਾਂ ਨੂੰ ਇੰਟੀਗ੍ਰੇਸ਼ਨ ਆਫ E ਡਾਟ dA ਇਜ਼ ਇਕੁਅਲ ਟੂ ਚਾਰਜ ਇਨਕਲੋਜ਼ ਬਾਈ ਐਪਸਿਲਨ ਨॉट ਇਹ ਇਲੈਕਟ੍ਰਿਕ ਫੀਲਡ ਐਂਡ ਚਾਰਜ ਦੇ ਵਿੱਚ ਸਾਨੂੰ ਰਿਲੇਸ਼ਨ ਦੱਸਦਾ ਹੈ ਕਿ ਇਹਨਾਂ ਦੋਵਾਂ ਦੇ ਵਿੱਚ ਕੀ ਰਿਲੇਸ਼ਨ ਹੈ। ਚਾਰਜ ਇੱਥੇ ਰੈਸਟ 'ਤੇ ਹੁੰਦਾ ਹੈ, ਇਹ ਮੂਵਿੰਗ ਚਾਰਜ ਨਹੀਂ ਹੁੰਦਾ, ਸਟੇਸ਼ਨਰੀ ਚਾਰਜ ਹੁੰਦਾ ਹੈ ਤੇ ਇਸ ਦੇ ਰਿਲੇਸ਼ਨ ਦੇ ਬਾਰੇ ਸਾਨੂੰ ਇਸ ਲਾਅ ਤੋਂ ਪਤਾ ਲੱਗਦਾ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਅੰਪੀਅਰਲ ਲਾਅ ਹੈ ਇਹ ਸਾਨੂੰ ਮੂਵਿੰਗ ਚਾਰਜਿਸ ਦੇ ਬਾਰੇ ਜਾਣਕਾਰੀ ਦਿੰਦਾ ਹੈ। ਤੇ ਜਦੋਂ ਕੋਈ ਚਾਰਜ ਮੂਵ ਕਰਦਾ ਹੈ ਤੁਹਾਨੂੰ ਪਤਾ ਹੈ ਕਿ ਉਹ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਦਾ ਹੈ, ਦੈਨ ਇਟ ਪ੍ਰੋਡਿਊਸ ਮੈਗਨੈਟਿਕ ਫੀਲਡ। ਤੇ ਇਹ ਜੋ ਲਾਅ ਹੈ ਅੰਪੀਅਰਲ ਲਾਅ ਜੋ ਅੰਪੀਅਰ ਨੇ ਦਿੱਤਾ ਹੈ, ਅੰਪੀਅਰ ਸਰਕੂਟਲ ਲਾਅ, ਇਹ ਸਾਨੂੰ ਮੈਗਨੈਟਿਕ ਫੀਲਡ ਐਂਡ ਜਿਹੜਾ ਕਰੰਟ ਹੁੰਦਾ ਹੈ ਉਸ ਦੇ ਵਿੱਚ ਕੀ ਰਿਲੇਸ਼ਨ ਹੈ ਉਸ ਦੇ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ। ਕਿਉਂਕਿ ਜਦੋਂ ਚਾਰਜ ਰੈਸਟ 'ਤੇ ਹੁੰਦਾ ਹੈ ਉਦੋਂ ਉਹ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਕਰਦਾ ਹੈ ਔਰ ਜਦੋਂ ਉਹ ਚਾਰਜ ਮੋਸ਼ਨ 'ਚ ਆ ਜਾਏ ਉਦੋਂ ਉਸਦਾ ਕਰੰਟ ਪ੍ਰੋਡਿਊਸ ਹੋ ਜਾਂਦਾ ਹੈ। ਜਦੋਂ ਚਾਰਜ ਮੋਸ਼ਨ 'ਚ ਹੈ ਇਸ ਦਾ ਮਤਲਬ ਦੈਟ ਪ੍ਰੋਡਿਊਸ ਕਰੰਟ, ਤੇ ਕਰੰਟ ਜਦੋਂ ਪ੍ਰੋਡਿਊਸ ਹੁੰਦਾ ਹੈ ਉਦੋਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦੀ ਹੈ। ਜਿਵੇਂ ਚਾਰਜ ਜਦੋਂ ਰੈਸਟ 'ਤੇ ਹੁੰਦਾ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੁੰਦੀ ਹੈ, ਇਸੇ ਤਰ੍ਹਾਂ ਜਦੋਂ ਚਾਰਜ ਮੋਸ਼ਨ 'ਚ ਹੁੰਦਾ ਹੈ ਤਾਂ ਉਦੋਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦੀ ਹੈ। ਇਹ ਤੁਸੀਂ ਜ਼ਰੂਰ ਪੜ੍ਹਿਆ ਹੋਏਗਾ ਇਸ ਚੈਪਟਰ ਦੇ ਦੌਰਾਨ। ਇਹ ਅੰਪੀਅਰਲ ਲਾਅ ਤੋਂ ਪਹਿਲੇ ਵਾਲੇ ਟੌਪਿਕਸ ਨਹੀਂ, ਉਹਨਾਂ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਕੋਈ ਚਾਰਜ ਮੂਵ ਕਰਦਾ ਹੈ ਤਾਂ ਉਦੋਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਹੈ। ਤੇ ਕਰੰਟ ਐਂਡ ਮੈਗਨੈਟਿਕ ਫੀਲਡ ਦੇ ਵਿੱਚ ਜੋ ਰਿਲੇਸ਼ਨ ਹੁੰਦਾ ਹੈ ਉਹ ਸਾਨੂੰ ਇਸ ਲਾਅ ਤੋਂ ਪਤਾ ਚੱਲਦਾ ਹੈ ਜਿਸ ਨੂੰ ਅਸੀਂ ਅੰਪੀਅਰਲ ਲਾਅ ਬੋਲਦੇ ਹਾਂ। ਤੇ ਇਹ ਲਾਅ ਹੁਣ ਹੈ ਕੀ ਇਹ ਅੰਪੀਅਰਲ ਸਰਕੂਟਲ ਲਾਅ? ਇਸ ਦੀ ਡੈਫੀਨੇਸ਼ਨ ਪਹਿਲਾਂ ਆਪਾਂ ਦੇਖ ਲੈਂਦੇ ਹਾਂ। ਇਹ ਲਾਅ ਸਾਨੂੰ ਦੱਸਦਾ ਹੈ ਅੰਪੀਅਰਲ ਸਰਕੂਟਲ ਲਾਅ ਸਟੇਟਸ ਦੈਟ ਲਾਈਨ ਇੰਟੀਗ੍ਰੇਸ਼ਨ ਆਫ ਮੈਗਨੈਟਿਕ ਫੀਲਡ ਅਰਾਊਂਡ ਅ ਕਲੋਜ਼ ਸਰਕਿਟ or loop is equal to the permeability times the current threading the closed circuit or loop। ਇਹ ਇੱਕ ਮੈਥਮੈਟੀਕਲ ਜੋ ਇਕੁਏਸ਼ਨ ਹੈ ਨਾ ਉਸ ਨੂੰ ਸਟੇਟਮੈਂਟ ਦੇ ਵਿੱਚ ਲਿਖਿਆ ਹੋਇਆ ਹੈ ਤੇ ਆਪਾਂ ਪਹਿਲਾਂ ਮੈਥਮੈਟੀਕਲ ਇਕੁਏਸ਼ਨ ਦੇਖ ਲੈਂਦੇ ਹਾਂ, ਫਿਰ ਇਹ ਸਟੇਟਮੈਂਟ ਈਜ਼ੀਲੀ ਸਮਝ ਆ ਜਾਏਗੀ। ਤੇ ਮੈਥਮੈਟੀਕਲੀ ਜੋ ਇਕੁਏਸ਼ਨ ਹੈ ਉਹ ਸਾਡੇ ਕੋਲ ਇਹ ਹੈ ਅੰਪੀਅਰਲ ਲਾਅ ਦੀ ਇਕੁਏਸ਼ਨ।
दिस इज़ द इक्वेशन ऑफ दी दिस एम्पीयर सर्किटल लॉ। तो ये इक्वेशन की है साडे कोल, ये इक्वेशन लिखदी है कि बी डॉट डी एल का जिहड़ा इंटीग्रेशन होएगा वो बराबर होएगा म्यू नॉट टाइम ऑफ आई इनक्लोज। जो असी उपर लिखिया होया है ना वो असी इस इक्वेशन नूं ही समझाया होया है उपर वर्ड्स दे विच। ते जेकर हुण असी इस वर्ड्स के उत्ते थोड़ी इसनूं असी देखिए तो सानूं ईजली समझ आ जाएगा। दिस बी डॉट डी एल नूं बोलांगे असी इंटीग्रेशन ऑफ बी डॉट डी एल का मतलब है असी लाइन इंटीग्रेशन कढ रहे हैं। बी इत्थे मैगनैटिक फील्ड हुंदा है, डी एल इत्थे हुंदा है साडे कोल लेंथ वैक्टर, ते असी इंटीग्रेशन कढ रहे हैं। अच्छे सर्कल का मतलब हुंदा किसी क्लोज पाथ थानी, जिद्दां गॉस लॉ दे विच किसी क्लोज सरफेस थानी इंटीग्रेशन कढिया जांदा सी, इसे तरह अंपीरल लॉ दे अंदर किसी क्लोज करव थानी असी इंटीग्रेशन कढांगे। तो वो डी एल जिहड़ा है उस करव का कोई एलीमेंट है, छोटा जिहा लेंथ एलीमेंट। तो इत्थों सानू समझ आ रहा है कि इट स्टेट्स दैट लाइन इंटीग्रेशन ऑफ मैगनैटिक फील्ड, इसनू लाइन इंटीग्रेशन बोलते हैं। इंटीग्रेशन ऑफ बी डॉट डी एल नू आपां की लिखांगे लाइन इंटीग्रेशन, इसनू लाइन इंटीग्रेशन कहा जाता है। और लाइन इंटीग्रेशन ऑफ मैगनैटिक फील्ड अराउंड अ क्लोज सर्किट, क्लोज सर्किट का मतलब है इत्थे क्लोज का साइन पाउण का मतलब है कि किसी क्लोज लूप थानी, किसी क्लोज सर्किट थानी, इज इक्वल टू दी परमेबिलिटी टाइम्स, ये म्यू नॉट इत्थे परमेबिलिटी है, दिस इज कॉल्ड द परमेबिलिटी, परमेबिलिटी टाइम्स द करंट थ्रेडिंग द क्लोज सर्किट और लूप इज इक्वल टू म्यू नॉट टाइम आई सी। आई सी इत्थे मतलब है जिहड़ा करंट पास कर रहा है उस लूप थानी जिस लूप तो असी इसका इंटीग्रेशन का वैल्यू नू कढ रहे हैं। इसनों अगे असी देखते हैं फिगर तो सानू थोड़ा जिहा बहुत सौखे तरीके नाल समझ आ जाएगा। इत्थे फिगर 'च असी देख सकते हैं दिस इज़ द साइन ऑफ इंटीग्रेशन जिहड़ा तुसी पिछे देखिया है, बी इत्थे लिखिया होया है और ते बी डॉट डी एल सी ना, तो आपां जानते हाँ कि बी डॉट डी एल जो है उसनों आपां लिख सकते हाँ बी कॉस थीटा इंटू दिस इज़ आल्सो द लेंथ वैक्टर। डी एल की जगह पर आप इतने डी एस लिख रहे हैं, इक्को ही गल है, चाहे डी एल लिख लो चाहे डी एस लिख लो, मतलब इसका है कि लेंथ वैक्टर। लेकिन बी डॉट डी एल का मतलब क्या सी, डॉट प्रोडक्ट सी, इस करके आप बी डॉट डी एल नू बी कॉस थीटा डी एस लिख देंगे। एंड दिस इज इक्वल टू वही राइट साइड जो उत्थे इक्वेशन लिखी हुई है म्यू नॉट टाइम ऑफ आई इनक्लोज। मैं पिछे एक बार फिर थोड़ा जिहा दिखा दिंदा है ताकि चंगी तरह समझ आ जाए। इत्थे आप देख रहे हैं बी डॉट डी एल, डॉट का मतलब इत्थे डॉट प्रोडक्ट तो है, तो जो आप इसनूं खोलांगे इस ते ऑपरेशन लगावांगे तो आप इसनूं लिखांगे बी डी एल कॉस ऑफ एंगल थीटा। उही असी अगे अपनी इक्वेशन दे विच लिखिया होया है। बी ये आ गया अपने कोल डी एल जिसनूं आप इत्थे डी एस लिख रहे हैं मल्टीप्लाई बाय कॉस थीटा। बी इत्थे मैगनैटिक फील्ड है लिख रखिया नीचे, कॉस थीटा इत्थे एंगल है जिहड़ा बी अते डिसप्लेसमेंट वैक्टर दे विच होएगा जां लेंथ वैक्टर कह लांगे आपां। इत्थे लिखिया भी होया इनफिनिटेसिमल एलीमेंट ऑफ द लूप। दिस इज इक्वल टू द म्यू नॉट इत्थे परमेबिलिटी है इज इक्वल टू करंट इनक्लोज, म्यू नॉट टाइम ऑफ करंट इनक्लोज। और आपां ये फिगर 'च आपां देख सकते हैं, मान लो कि आपां कोई ये पॉइंट है, ये कोई भी पॉइंट आप इसनूं कंसीडर कर लेंदे हैं। इस तरह बहुत सारे पॉइंट इत्थे दिखा रखे हुए ने। इस पॉइंट नूं अगर आपां देखिए तो आपां इस पॉइंट दे थानी इस पॉइंट दे उत्ते मतलब आपां मैगनैटिक फील्ड कढना चाहुंदे हां। जिस तरह आपां किसी पॉइंट दे इलैक्ट्रिक फील्ड कढदे सी गॉस लॉ दे नाल यूनिट 1 दे अंदर, उस तरह सपोज आपां इस पॉइंट से हुण मैगनैटिक फील्ड कढना चाहते हैं तो आपां करांगे कि जे इस पॉइंट दे थानी एक लूप खिंचांगे इस तरह, जिस तरह सर्कुलर लूप खिंच रखी हुई है। ये जिहड़ी लूप है इसे नूं आपां अंपीरियल लूप बोलते हैं। दिस इज कॉल्ड अ अंपीरियन लूप। जिहड़ा थीटा है वो एंगल हुंदा है बी एंड डिसप्लेसमेंट वैक्टर दे विच, ते इत्थे जिहड़ी ब्लू लाइन है उसनूं आपां डिसप्लेसमेंट वैक्टर दे नाल शो कीता है ते येलो नाल आपां मैगनैटिक फील्ड नूं शो कीता होया है। ते जो भी इन्हां दे विच एंगल होएगा दैट एंगल इज कॉल्ड द थीटा। दिस cos of that angle is angle between the magnetic field and displacement vector। तो सो जो ये इंटीग्रेशन है अपने कोल बी cos थीटा डी एस का, वो आपां इस लूप दे थानी इसनूं सॉल्व करांगे।
ਅੱਗੇ ਸਮਝ ਆ ਜਾਏਗਾ। ਅੱਗੇ ਆਪਾਂ ਕੁਐਸਚਨ ਵੀ ਇੱਕ ਕਰਾਂਗੇ, ਉਸ ਦੇ ਵਿੱਚ ਈਜ਼ਲੀ ਤੁਹਾਨੂੰ ਸਮਝ ਆ ਜਾਏਗਾ। ਚਲੋ ਅੱਗੇ ਆਪਾਂ ਦੇਖਦੇ ਹਾਂ ਕਿ ਮੈਗਨੈਟਿਕ ਫੀਲਡ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਅਸੀਂ ਕਿਸ ਤਰ੍ਹਾਂ ਪਤਾ ਲਗਾ ਸਕਦੇ ਹਾਂ। ਰਾਈਟ ਹੈਂਡ ਥੰਬ ਰੂਲ ਟੂ ਫਾਈਂਡ ਦਾ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ। ਅਸੀਂ ਆਪਣੇ ਸੱਜੇ ਹੱਥ ਦਾ ਅੰਗੂਠੇ ਨੂੰ ਵਰਤੋਂ ਕਰਕੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦਾ ਪਤਾ ਲਗਾ ਸਕਦੇ ਹਾਂ। ਤੇ ਉਸ ਦੀ ਡਾਇਰੈਕਸ਼ਨ ਕਿਵੇਂ ਪਤਾ ਚੱਲੇਗੀ? ਕੀ ਕਰਨਾ ਪਏਗਾ ਡਾਇਰੈਕਸ਼ਨ ਵਾਸਤੇ? ਪੁੱਟ ਦਾ ਥੰਬ ਆਫ ਯੂਅਰ ਰਾਈਟ ਹੈਂਡ ਇਨ ਦਾ ਡਾਇਰੈਕਸ਼ਨ ਆਫ ਕਰੰਟ in the wire and your finger curl in the direction of magnetic field। ਮੰਨ ਲਓ ਤੁਸੀਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਪਤਾ ਕਰਨੀ ਹੈ ਕਿਸੇ ਵਾਇਰ ਦੀ ਵਜ੍ਹਾ ਨਾਲ ਜਿਸ ਤੋਂ ਕੋਈ ਕਰੰਟ ਫਲੋ ਕਰ ਰਿਹਾ ਹੈ। ਤਾਂ ਆਪਾਂ ਕਰਾਂਗੇ ਕਿ ਜਿਸ ਤਰ੍ਹਾਂ ਇਸ ਫਿਗਰ 'ਚ ਦਿਖਾ ਰੱਖਿਆ ਹੈ, ਸਪੋਜ਼ ਇਹ ਵਾਇਰ ਹੈ ਜਿਸ ਦੇ ਵਿੱਚ ਅਪਵਰਡ ਡਾਇਰੈਕਸ਼ਨ 'ਚ ਕਰੰਟ ਫਲੋ ਕਰ ਰਿਹਾ ਹੈ। ਤਾਂ ਆਪਾਂ ਆਪਦੇ ਰਾਈਟ ਹੈਂਡ ਦਾ ਜਿਹੜਾ ਥੰਬ ਹੈ ਉਹ ਕਰੰਟ ਦੀ ਡਾਇਰੈਕਸ਼ਨ ਦੇ ਅਲੋਂਗ ਰੱਖ ਲਾਂਗੇ, ਜਿਵੇਂ ਇਸਨੇ ਫਿਗਰ ਦੇ ਵਿੱਚ ਰੱਖਿਆ ਹੋਇਆ। ਥੰਬ ਨੂੰ ਕਰੰਟ ਦੀ ਡਾਇਰੈਕਸ਼ਨ ਦੇ ਅਲੋਂਗ ਰੱਖ ਲਿਆ, ਕਰੰਟ ਦੀ ਦਿਸ਼ਾ ਦੇ ਵੱਲ। ਤੇ ਜਦੋਂ ਆਪਾਂ ਆਪਦੀਆਂ ਫਿੰਗਰ ਘੁਮਾਵਾਂਗੇ ਤਾਂ ਫਿੰਗਰ ਇਸ ਤਰ੍ਹਾਂ ਘੁੰਮਣਗੀਆਂ ਜਿਸ ਤਰ੍ਹਾਂ ਇਹ ਫਿਗਰ ਦੇ ਵਿੱਚ ਸ਼ੋ ਹੋ ਰੱਖਿਆ ਹੈ। ਤਾਂ ਘੁੰਮਦੀਆਂ ਹੋਈਆਂ ਜਿਹੜੀਆਂ ਫਿੰਗਰਸ ਹੈ ਇਹ ਸਾਨੂੰ ਪਤਾ ਦੱਸਣਗੀਆਂ ਕਿ ਮੈਗਨੈਟਿਕ ਫੀਲਡ ਦੀ ਕੀ ਡਾਇਰੈਕਸ਼ਨ ਹੈ। ਤਾਂ ਡਾਇਰੈਕਸ਼ਨ ਆਫ ਦੀ ਮੈਗਨੈਟਿਕ ਫੀਲਡ ਇੰਡਕਸ਼ਨ ਵਿਲ ਬੀ ਦਾ ਡਾਇਰੈਕਸ਼ਨ ਆਫ ਦਾ ਕਰਲ ਫਿੰਗਰ। ਜਿਸ ਡਾਇਰੈਕਸ਼ਨ 'ਚ ਇਹ ਫਿੰਗਰ ਘੁੰਮਣਗੀਆਂ, ਜਿਸ ਦਿਸ਼ਾ ਦੇ ਵਿੱਚ, ਉਸੇ ਹੀ ਦਿਸ਼ਾ ਦੇ ਵਿੱਚ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਹੋਏਗੀ। ਤਾਂ ਇਸ ਤਰ੍ਹਾਂ ਅਸੀਂ ਰਾਈਟ ਹੈਂਡ ਥੰਬ ਰੂਲ ਦਾ ਵਰਤੋਂ ਕਰਕੇ ਮੈਗਨੈਟਿਕ ਫੀਲਡ ਦੀ ਦਿਸ਼ਾ ਦਾ ਪਤਾ ਲਗਾ ਸਕਦੇ ਹਾਂ ਕਿਸੇ ਕਰੰਟ ਕੈਰਿੰਗ ਵਾਇਰ ਦੀ ਵਜ੍ਹਾ ਨਾਲ। ਅੱਗੇ ਸਪੋਜ਼ ਆਪਣੇ ਕੋਲ ਇਸ ਤਰ੍ਹਾਂ ਸਾਨੂੰ ਕੋਈ ਡਿਸਟ੍ਰੀਬਿਊਸ਼ਨ ਦੇ ਰੱਖਿਆ ਹੈ। ਸਾਡੇ ਕੋਲ ਇੱਥੇ ਕਰੰਟ ਹੈ, ਇੱਕ ਵਾਇਰ ਹੈ ਜਿਹੜੀ ਪਰਪੈਂਡੀਕੂਲਰ ਟੂ ਦਾ ਪਲੇਨ ਪਾਸ ਹੋ ਰਹੀ ਹੈ। ਤਾਂ ਇਹ ਡਾਟ ਐਂਡ ਕ੍ਰੋਸ ਸਾਨੂੰ ਕਰੰਟ ਦੀ ਦਿਸ਼ਾ ਦੇ ਬਾਰੇ ਦੱਸਦੇ ਨੇ। ਅਗਰ ਡਾਟ ਹੈ ਤਾਂ ਮਤਲਬ ਹੈ ਕਰੰਟ ਬਾਹਰ ਨੂੰ ਨਿਕਲ ਰਿਹਾ ਹੈ, ਅਗਰ ਕ੍ਰੋਸ ਹੈ ਤਾਂ ਮਤਲਬ ਕਰੰਟ ਦੀ ਦਿਸ਼ਾ ਹੈ ਅੰਦਰ ਨੂੰ, ਮਤਲਬ ਉਹ ਇਨਟੂ ਦਾ ਪਲੇਨ ਹੈ। ਅਗਰ ਡਾਟ ਹੈ ਤਾਂ ਮਤਲਬ ਕਰੰਟ ਜਿਹੜਾ ਹੈ ਉਹ ਆਊਟਵਰਡਸ ਦਾ ਪਲੇਨ ਹੈ। ਤੇ ਮੰਨ ਲਓ ਆਪਾਂ ਕਿਸੇ ਵੀ ਪੁਆਇੰਟ ਤੇ ਫੀਲਡ ਦੀ ਵੈਲਿਊ ਨੂੰ ਪਤਾ ਕਰਨਾ ਹੈ, ਮੈਗਨੈਟਿਕ ਫੀਲਡ ਦੀ ਵੈਲਿਊ ਨੂੰ। ਤਾਂ ਉਹ ਪਤਾ ਕਰਨ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਏਗਾ। ਉਹ ਜੋ ਗੱਲਾਂ ਹਨ ਉਹ ਆਪਾਂ ਦੇਖ ਲੈਂਦੇ ਹਾਂ। ਪਹਿਲੀ ਗੱਲ ਇਹ ਕਿ ਜਿਹੜੀ ਆਪਾਂ ਐਮਪੀਰੀਅਲ ਲੂਪ ਬਣਾਈ ਹੋਈ ਹੈ ਇਹ ਜ਼ਰੂਰੀ ਨਹੀਂ ਹੈ ਕਿ ਸਰਕੂਲਰ ਹੀ ਬਣਾਈ ਜਾਵੇ। ਫਸਟ ਥਿੰਗ ਇਜ਼ ਐਮਪੀਰੀਅਲ ਲੂਪ ਡਸ ਨਾਟ ਨੀਡ ਟੂ ਬੀ ਸਰਕੂਲਰ। ਇਹਦੀ ਜ਼ਰੂਰੀ ਨਹੀਂ ਹੈ ਕਿ ਉਹ ਬਿਲਕੁਲ ਸਰਕਲ ਦੀ ਸ਼ੇਪ ਦੇ ਵਿੱਚ ਹੀ ਹੋਵੇ, ਉਹ ਕਿਸੇ ਵੀ ਸ਼ੇਪ ਦੇ ਵਿੱਚ ਵੀ ਹੋ ਸਕਦੀ ਹੈ। ਅਗਲੀ ਗੱਲ ਇਹ ਹੈ ਕਿ ਐਮਪੀਰੀਅਲ ਨੂੰ ਅਪਲਾਈ ਕਰਨ ਲਈ ਐਮਪੀਅਰਸ ਲਾਅ ਜਿਹੜਾ ਆਪਾਂ ਹੈ ਇਸ ਨੂੰ ਅਪਲਾਈ ਕਰਨ ਦੇ ਵਾਸਤੇ ਇਹ ਜਿਹੜੇ ਕਰੰਟਸ ਨੇ ਇਹਨਾਂ ਦੀ ਵੈਲਿਊ ਕੌਨਸਟੈਂਟ ਹੋਣੀ ਚਾਹੀਦੀ ਹੈ। ਜਿਹੜੇ ਕਰੰਟ I1 I2 I3 ਨੇ ਇਹਨਾਂ ਦੀ ਵੈਲਿਊ ਕੌਨਸਟੈਂਟ ਹੋਣੀ ਚਾਹੀਦੀ ਹੈ, ਇਹ ਚੇਂਜ ਨਹੀਂ ਹੋਣੇ ਚਾਹੀਦੇ। ਐਸਾ ਨਹੀਂ ਹੈ ਕਿ ਜਿਹੜੇ ਕਰੰਟ ਨੇ ਇਹ ਸਮੇਂ ਦੇ ਨਾਲ ਵੱਧ ਰਹੇ ਨੇ ਜਾਂ ਸਮੇਂ ਦੇ ਨਾਲ ਘਟ ਰਹੇ ਨੇ, ਜਾਂ ਕਦੀ ਬੰਦ ਹੋ ਗਿਆ ਕਰੰਟ ਵਾਇਰ ਦੇ ਵਿੱਚੋਂ ਆਉਣਾ ਜਾਂ ਕਦੀ ਸਟਾਰਟ ਹੋ ਗਿਆ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅਗਰ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਸਾਡੇ ਕੋਲ ਇਹ ਜਿਹੜਾ ਐਮਪੀਅਰਸ ਲਾਅ ਹੈ ਇਹ ਨਹੀਂ ਲੱਗ ਪਾਏਗਾ। ਤਾਂ ਐਮਪੀਅਰ ਲਾਅ ਲੱਗਣ ਵਾਸਤੇ ਸਾਡੇ ਕੋਲ ਕਰੰਟ ਦੀ ਜਿਹੜੀ ਵੈਲਿਊ ਹੈ ਉਹ ਕੌਨਸਟੈਂਟ ਹੋਣੀ ਜ਼ਰੂਰੀ ਹੈ। ਤੋ ਇਹ ਸੈਕਿੰਡ ਪੁਆਇੰਟ ਦੇ ਵਿੱਚ ਲਿਖਿਆ ਹੈ, ਇਨ ਆਰਡਰ ਟੂ ਅਪਲਾਈ ਐਮਪੀਅਰਸ ਲਾਅ ਆਲ ਕਰੰਟ ਹੈਵ ਟੂ ਬੀ ਸਟੱਡੀ। ਐਗਜ਼ਾਮਪਲ ਡੂ ਨਾਟ ਚੇਂਜ ਵਿਦ ਟਾਈਮ। ਸਮੇਂ ਦੇ ਨਾਲ ਉਹ ਚੇਂਜ ਨਹੀਂ ਹੋਣੇ ਚਾਹੀਦੇ। ਅਗਲੀ ਗੱਲ ਇਹ ਹੈ ਕਿ ਜਿਹੜੇ ਕਰੰਟ ਓਨਲੀ ਕਰੰਟ ਕ੍ਰੋਸਿੰਗ ਦਾ ਏਰੀਆ ਇਨਸਾਈਡ ਦਾ ਪਾਥ ਆਰ ਟੇਕਨ ਇਨਟੂ ਅਕਾਊਂਟ ਐਂਡ ਹੈਵ ਸਮ ਕੰਟਰੀਬਿਊਸ਼ਨ ਟੂ ਦਾ ਲਾਈਨ ਇੰਟੀਗ੍ਰੇਸ਼ਨ। ਮਤਲਬ ਇਹ ਹੈ ਕਿ ਜਿਹੜੇ ਕਰੰਟ ਇਹ ਜਿਹੜੀ ਲੂਪ ਆਪਾਂ ਬਣਾ ਰੱਖੀ ਹੈ, ਲਿਖ ਵੀ ਰੱਖਿਆ ਹੋਇਆ ਦਿਸ ਇਜ਼ ਐਮਪੀਰੀਅਲ ਲੂਪ। ਇਹ ਜਿਹੜੀ ਲੂਪ ਹੈ ਇਸ ਲੂਪ ਦੇ ਜਿਹੜੇ ਅੰਦਰ ਕਰੰਟ ਆਉਣਗੇ ਉਹੀ ਲਾਈਨ ਇੰਟੀਗ੍ਰੇਸ਼ਨ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਕਰਨਗੇ। ਬਾਹਰ ਵਾਲੇ ਕਰੰਟ ਦਾ ਇਸ ਦੇ ਲਾਈਨ ਇੰਟੀਗ੍ਰੇਸ਼ਨ ਦੇ ਨਾਲ ਕੋਈ ਵੀ ਮਤਲਬ ਨਹੀਂ ਹੈ। ਮਤਲਬ ਬਾਹਰ ਵਾਲਾ ਕਰੰਟ ਕੋਈ ਵੀ ਲਾਈਨ ਇੰਟੀਗ੍ਰੇਸ਼ਨ ਦੇ ਵਿੱਚ ਆਪਣਾ ਹਿੱਸਾ ਨਹੀਂ ਪਾਏਗਾ। ਸਿਰਫ ਅੰਦਰ ਵਾਲੇ ਜਿਹੜੇ ਕਰੰਟ ਹੈ ਉਹਨਾਂ ਦਾ ਹੀ ਕੰਟਰੀਬਿਊਸ਼ਨ ਲਾਈਨ ਇੰਟੀਗ੍ਰੇਸ਼ਨ ਦੇ ਵਿੱਚ ਹੋਏਗਾ। ਉਹੀ ਆਪਣਾ ਹਿੱਸਾ B.dl ਜਿਹੜਾ ਇੰਟੀਗ੍ਰੇਸ਼ਨ ਹੈ ਉਸ ਨੂੰ ਸੋਲਵ ਕਰਨ ਦੇ ਵਿੱਚ ਉਹ ਹੈਲਪ ਕਰਨਗੇ। ਬਾਹਰ ਵਾਲੇ ਕਰੰਟ ਦਾ ਕੋਈ ਰੋਲ ਨਹੀਂ ਹੈ। ਅੱਗੇ ਉਸਨੇ ਕਿਹਾ ਗਿਆ ਹੈ ਕਿ ਕਰੰਟ ਹੈਵ ਟੂ ਬੀ ਟੇਕਨ ਵਿਦ देयर ਐਲਜੈਬਰਿਕ ਸਾਈਨ। ਦੋਜ਼ ਗੋਇੰਗ ਆਊਟ of the surface are positive, those going in are negative, and right hand used to determine direction of sign। ਜੋ ਕਰੰਟ ਬਾਹਰ ਨੂੰ ਨਿਕਲ ਰਹੇ ਨੇ ਆਪਾਂ ਉਹਨਾਂ ਨੂੰ
ਪੋਜ਼ਿਟਿਵ ਕੰਸੀਡਰ ਕਰ ਲਾਂਗੇ। ਤਾਂ ਅਗਰ ਬਾਹਰ ਵਾਲੇ ਨੂੰ ਪੋਜ਼ਿਟਿਵ ਕੰਸੀਡਰ ਕਰ ਲਿਆ ਤੇ ਮਤਲਬ ਜਿਹੜੇ ਅੰਦਰ ਜਾ ਰਹੇ ਨੇ ਉਹਨਾਂ ਨੂੰ ਫਿਰ ਆਪਾਂ ਨੈਗੇਟਿਵ ਲਵਾਂਗੇ। ਮਤਲਬ ਕਰੰਟ ਦੀ ਜਿਹੜੀ ਦਿਸ਼ਾ ਹੈ ਜਦੋਂ ਆਪਾਂ ਇਹ ਇੰਟੀਗ੍ਰੇਸ਼ਨ ਕਰਾਂਗੇ ਉਸ ਦੀ ਰਾਈਟ ਹੈਂਡ ਟਰਮ ਦੇ ਵਿੱਚ ਕਰੰਟ ਵਾਲੀ ਤਾਂ ਵੈਲਿਊ ਆ ਰਹੀ ਹੈ ਮਿਊ ਨੋਟ ਟਾਈਮ ਆਫ ਆਈ। ਤਾਂ ਉਹ ਜਿਹੜਾ ਆਈ ਕਰੰਟ ਹੁੰਦਾ ਹੈ ਉਹ ਲੂਪ ਦੇ ਅੰਦਰ ਦਾ ਹੁੰਦਾ ਹੈ। ਤਾਂ ਜੋ ਵੀ ਅੰਦਰ ਕਰੰਟ ਹੈ ਉਸ ਦੀ ਵੈਲਿਊ ਭਰਨ ਵੇਲੇ ਸਾਨੂੰ ਉਸ ਦੀ ਦਿਸ਼ਾ ਦਾ ਵੀ ਖਿਆਲ ਰੱਖਣਾ ਪਏਗਾ। ਉੱਪਰ ਵਾਲੀਆਂ ਦਿਸ਼ਾ ਨੂੰ ਪੋਜ਼ਿਟਿਵ ਲੈਣਾ ਹੈ ਤੇ ਨੀਚੇ ਵਾਲੀਆਂ ਨੂੰ ਨੈਗੇਟਿਵ। ਅੱਗੇ ਆਪਾਂ ਦੇਖਾਂਗੇ ਕਿ ਕਿਹੜੇ ਕੇਸ ਦੇ ਵਿੱਚ ਜਿਹੜਾ ਸਾਡੇ ਕੋਲ ਇਹ ਲਾਈਨ ਇੰਟੀਗ੍ਰੇਸ਼ਨ ਹੈ ਬੀ ਡੋਟ ਡੀ ਐਲ, ਮਤਲਬ ਲਾਈਨ ਇੰਟੀਗ੍ਰੇਸ਼ਨ ਤੋਂ ਮਤਲਬ ਬੀ ਡੋਟ ਡੀ ਐਲ, ਇਹ ਕਿਹੜੇ ਕੇਸ ਦੇ ਅੰਦਰ ਸਾਡੇ ਕੋਲ ਜ਼ੀਰੋ ਹੋ ਜਾਂਦਾ ਹੈ। ਇਹ ਆਪਣੇ ਕੋਲ ਇੱਕ ਫਿਗਰ ਹੈ ਜਿਸ ਦੇ ਲਈ ਆਪਾਂ ਜਿਸ ਨੂੰ ਵਰਤ ਕੇ ਆਪਾਂ ਸਮਝਾਂਗੇ। ਪਹਿਲਾ ਕੇਸ ਜੋ ਸਾਡੇ ਕੋਲ ਹੈਗਾ ਉਹ ਕਿ ਇਨਕਲੋਜ਼ ਨੈਟ ਕਰੰਟ ਇਜ਼ ਜ਼ੀਰੋ। ਮੰਨ ਲਓ ਕਿ ਜਿਸ ਤਰ੍ਹਾਂ ਫਿਗਰ ਹੈ ਇਹ ਵਾਲੀ ਜੋ ਆਪਾਂ ਰੈੱਡ ਦੇ ਨਾਲ ਸ਼ੋ ਕਰ ਰੱਖੀ ਹੈ ਦਿਸ ਇਜ਼ ਦਾ ਐਂਪੀਰੀਅਲ ਲੂਪ। ਆਪਾਂ ਇਸ ਲਾਅ ਤੋਂ ਦੇਖ ਹੀ ਸਕਦੇ ਹਾਂ ਅਗਰ ਕਰੰਟ ਜ਼ੀਰੋ ਹੋ ਗਿਆ ਤਾਂ ਆ ਸਾਰੀ ਦੀ ਸਾਰੀ ਟਰਮ ਨੇ ਜ਼ੀਰੋ ਹੋ ਜਾਣਾ ਹੈ। ਅਗਲੀ ਗੱਲ ਜੋ ਹੈ ਕਿ ਮੈਗਨੈਟਿਕ ਫੀਲਡ ਅਗਰ ਨਾਰਮਲ ਹੋ ਜਾਏ, ਜਿਹੜਾ ਸਾਡੇ ਕੋਲ ਇਹ ਵੈਕਟਰ ਹੈ ਡਿਸਪਲੇਸਮੈਂਟ ਵੈਕਟਰ ਉਸਦੇ, ਤਾਂ ਵੀ ਸਾਡੇ ਕੋਲ ਆਨਸਰ ਕਿੰਨਾ ਆ ਜਾਏਗਾ, ਜ਼ੀਰੋ ਆ ਜਾਏਗਾ। ਇਸ ਕੇਸ ਦੇ ਅੰਦਰ ਵੀ ਸਾਡੇ ਕੋਲ ਇਸ ਦਾ ਇੰਟੀਗ੍ਰੇਸ਼ਨ ਦਾ ਆਨਸਰ ਜ਼ੀਰੋ ਆ ਜਾਏਗਾ ਅਗਰ ਸਾਡੇ ਕੋਲ ਮੈਗਨੈਟਿਕ ਫੀਲਡ ਐਂਡ ਡਿਸਪਲੇਸਮੈਂਟ ਵੈਕਟਰ ਦੋਵੇਂ ਇੱਕ ਦੂਸਰੇ ਤੋਂ 90 ਡਿਗਰੀ ਤੇ ਹੋ ਜਾਣ, ਕਿਉਂਕਿ ਬੀ ਡੋਟ ਡੀ ਐਲ ਦਾ ਮਤਲਬ ਹੈ ਬੀ ਡੀ ਐਲ ਕੋਸ ਥੀਟਾ ਡਾਟ ਪ੍ਰੋਡਕਟ ਹੈ ਇਹ। ਤਾਂ ਅਗਰ ਐਂਗਲ 90 ਡਿਗਰੀ ਹੋ ਗਿਆ ਤਾਂ ਸਾਡੇ ਕੋਲ ਇਹ ਸਾਰੇ ਇੰਟੀਗ੍ਰੇਸ਼ਨ ਦਾ ਆਨਸਰ ਜ਼ੀਰੋ ਆ ਜਾਏਗਾ। ਤੀਸਰਾ ਇਹ ਹੈ ਕਿ ਕਹਿੰਦਾ ਹੈ ਕਿ ਅਗਰ ਮੈਗਨੈਟਿਕ ਫੀਲਡ ਹੀ ਜ਼ੀਰੋ ਹੋ ਜਾਏ ਤਾਂ ਵੀ ਇਸ ਦਾ ਆਨਸਰ ਜ਼ੀਰੋ ਹੋ ਜਾਏਗਾ। ਤਾਂ ਅਗਰ ਬੀ ਜ਼ੀਰੋ ਹੋ ਗਿਆ ਤਦ ਵੀ ਇਹ ਸਾਰੇ ਦਾ ਸਾਰੀ ਵੈਲਿਊ ਕਿਤਨੀ ਹੋ ਜਾਏਗੀ, ਸਾਡੇ ਕੋਲ ਜ਼ੀਰੋ ਆ ਜਾਏਗੀ। ਚੌਥੀ ਗੱਲ ਇਹ ਲਿਖ ਰੱਖੀ ਹੈ ਕਿ ਜਦੋਂ ਅਸੀਂ ਇਸ ਲਾਅ ਨੂੰ ਅਪਲਾਈ ਕਰਨਾ ਹੈ ਤਾਂ ਇਹ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਅਗਰ ਕੋਈ ਸਿਮਟਰੀ ਬਣਦੀ ਹੈ ਤਾਂ ਉਸ ਨੂੰ ਬਣਾਇਆ ਜਾਵੇ। ਜਿਵੇਂ ਇਸ ਕੇਸ ਦੇ ਅੰਦਰ ਜਿੱਦਾਂ ਇਸ ਫਿਗਰ 'ਚ ਦਿਖਾ ਰੱਖਿਆ ਹੈ, ਇਹ ਵਾਇਰ ਹੈ ਸਾਡੇ ਕੋਲ ਜਿਹੜੀ ਪਰਪੈਂਡੀਕੂਲਰ ਟੂ ਦਾ ਪਲੇਨ ਪਾਸ ਹੋ ਰਹੀ ਹੈ। ਇਸ ਵਾਇਰ ਦੇ ਵਿੱਚ ਕਰੰਟ ਆਈ ਫਲੋ ਕਰ ਰਿਹਾ ਹੈ ਔਰ ਉਸ ਦੀ ਦਿਸ਼ਾ ਬਾਹਰ ਨੂੰ ਹੈ ਕਰੰਟ ਦੀ। ਹੁਣ ਇਸ ਬਾਹਰ ਵਾਲੀ ਦਿਸ਼ਾ ਨੂੰ ਅਗਰ ਮੈਂ ਕਿਸੇ ਪੁਆਇੰਟ ਤੇ ਫੀਲਡ ਕੱਢਣੀ ਹੈ ਮੈਗਨੈਟਿਕ ਫੀਲਡ, ਤਾਂ ਜੋ ਮੈਗਨੈਟਿਕ ਫੀਲਡ ਕੱਢਣ ਵਾਸਤੇ ਮੈਂ ਲੂਪ ਕਿਸੇ ਵੀ ਸ਼ੇਪ ਦੀ ਬਣਾ ਸਕਦਾ ਸੀ। ਜਿਵੇਂ ਕਿ ਪਿੱਛੇ ਦੱਸਿਆ ਹੀ ਗਿਆ ਹੈ ਕਿ ਲੂਪ ਜ਼ਰੂਰੀ ਨਹੀਂ ਹੈ ਕਿ ਸਰਕੂਲਰ ਹੀ ਹੋਵੇ, ਕਿਸੇ ਵੀ ਸ਼ੇਪ ਦੀ ਹੋ ਸਕਦੀ ਹੈ। ਪਰ ਇਸ ਇੰਟੀਗ੍ਰੇਸ਼ਨ ਨੂੰ ਅਗਰ ਆਪਾਂ ਸੌਖਿਆ ਹੱਲ ਕਰਨਾ ਹੈ ਤਾਂ ਸਾਨੂੰ ਲੂਪ ਇਸ ਟਾਈਪ ਦੀ ਬਣਾਉਣੀ ਪਵੇਗੀ ਤਾਂ ਕਿ ਉਸ ਦਾ ਇੰਟੀਗ੍ਰੇਸ਼ਨ ਅਸੀਂ ਸੌਖਿਆ ਤਰ੍ਹਾਂ ਨਾਲ ਕੱਢ ਸਕੀਏ। ਇਸ ਕਰਕੇ ਇਸ ਕੇਸ ਦੇ ਅੰਦਰ ਸਭ ਤੋਂ ਸੌਖਾ ਇਹੀ ਸੀ ਕਿ ਅਸੀਂ ਲੂਪ ਨੂੰ ਸਰਕੂਲਰ ਬਣਾ ਲੈਂਦੇ। ਇਹੀ ਚੀਜ਼ ਇਸ ਪੁਆਇੰਟ 'ਚ ਲਿਖੀ ਹੋਈ ਹੈ ਕਿ ਐਂਪੀਰੀਅਲ ਲਾਅ ਕੈਨ ਬੀ ਯੂਜ਼ਫੁਲ ਵੈਨ ਕੈਲਕੂਲੇਟਿੰਗ ਮੈਗਨੈਟਿਕ ਫੀਲਡ ਆਫ ਕਰੰਟ ਡਿਸਟਰੀਬਿਊਸ਼ਨ with high degree of symmetry similar to symmetry chart distribution in case of Gauss law। ਜਿੱਦਾਂ ਗੌਸ ਲਾਅ ਦੇ ਅੰਦਰ ਆਪਾਂ ਗੌਸ਼ੀਅਨ ਸਰਫੇਸ ਸਿਮੈਟ੍ਰੀਕਲ ਬਣਾਉਂਦੇ ਸੀ, ਇਸੇ ਤਰ੍ਹਾਂ ਐਂਪੀਰੀਅਲ ਲਾਅ ਦੇ ਅੰਦਰ ਵੀ ਅਸੀਂ ਜਿਹੜਾ ਐਂਪੀਰੀਅਲ ਲੂਪ ਹੈ ਉਸ ਨੂੰ ਸਿਮੈਟ੍ਰੀਕਲ ਬਣਾਵਾਂਗੇ ਤਾਂ ਕਿ ਸਾਡੇ ਕੋਲ ਇਹ ਇੰਟੀਗ੍ਰੇਸ਼ਨ ਦਾ ਹੱਲ ਸੌਖਿਆ ਹੀ ਨਿਕਲ ਜਾਵੇ। ਅੱਗੇ ਅਸੀਂ ਐਪਲੀਕੇਸ਼ਨ ਦੇ ਬਾਰੇ 'ਚ ਦੇਖਾਂਗੇ ਕਿ ਇਸ ਦੀਆਂ ਕੀ ਐਪਲੀਕੇਸ਼ਨਸ ਹੁੰਦੀਆਂ ਨੇ ਐਂਪੀਰੀਅਲ ਲਾਅ ਦੀਆਂ। ਇਹ ਬਿਲਕੁਲ ਸਿਮੈਟ੍ਰੀਕਲ ਚੱਲਦਾ ਹੈ ਜਿਵੇਂ ਗੌਸ ਲਾਅ ਚੱਲਦਾ ਹੈ ਨਾ ਇਲੈਕਟ੍ਰੋਸਟੈਟਿਕਸ ਦੇ ਅੰਦਰ, ਸੇਮ ਸਿਮੈਟ੍ਰੀਕਲ ਸਾਡੇ ਕੋਲ ਇਹ ਐਂਪੀਰੀਅਲ ਲਾਅ ਚੱਲਦਾ ਹੈ। ਤਾਂ ਉੱਥੇ ਵੀ ਅਸੀਂ ਗੌਸ ਲਾਅ ਦੀਆਂ ਐਪਲੀਕੇਸ਼ਨਸ ਦੇਖੀਆਂ ਸੀ ਕਿ ਗੌਸ ਲਾਅ ਨੂੰ ਆਪਾਂ ਯੂਜ਼ ਕਰਦੇ ਸੀ ਕਿਸੇ ਪੁਆਇੰਟ ਦੇ ਉੱਤੇ ਇਲੈਕਟ੍ਰਿਕ ਫੀਲਡ ਕੱਢਣ ਵਾਸਤੇ। ਇਸੇ ਤਰ੍ਹਾਂ ਐਂਪੀਰੀਅਲ ਲਾਅ ਨੂੰ ਵੀ ਅਸੀਂ ਇਸੇ ਚੀਜ਼ ਲਈ ਯੂਜ਼ ਕਰਾਂਗੇ ਕਿਸੇ ਪੁਆਇੰਟ ਦੇ ਉੱਤੇ ਮੈਗਨੈਟਿਕ ਫੀਲਡ ਕੱਢਣ ਵਾਸਤੇ। ਤਾਂ ਇਸ ਦੀ ਐਪਲੀਕੇਸ਼ਨ ਦੇ ਵਿੱਚ ਅਸੀਂ ਇਹੀ ਦੇਖਾਂਗੇ ਕਿ ਕੈਲਕੂਲੇਸ਼ਨ ਆਫ ਦੀ ਫੀਲਡ ਤੋਂ ਮਤਲਬ ਇੱਥੇ ਮੈਗਨੈਟਿਕ ਫੀਲਡ ਤੋਂ ਹੈ ਡਿਊ ਟੂ ਅ ਲੌਂਗ ਸਟ੍ਰੇਟ ਵਾਇਰ ਯੂਜ਼ਿੰਗ ਐਂਪੀਰੀਅਲ ਲਾਅ। ਸਾਡੇ ਕੋਲ ਇੱਕ ਵਾਇਰ ਹੈ, ਬਹੁਤ ਲੰਬੀ ਹੈ ਉਹ ਵਾਇਰ, ਉਸਨੂੰ ਅਸੀਂ ਇਨਫਾਨਾਈਟ ਲੈਂਥ ਦੀ ਵੀ ਕਹਿ ਸਕਦੇ ਹਾਂ। ਉਸ ਦੀ ਵਜ੍ਹਾ ਨਾਲ ਅਸੀਂ ਕਿਸੇ ਪੁਆਇੰਟ ਦੇ ਉੱਤੇ ਮੈਗਨੈਟਿਕ ਫੀਲਡ ਕੱਢਣੀ ਹੈ ਐਂਪੀਰੀਅਲ ਲਾਅ ਨੂੰ ਯੂਜ਼ ਕਰਕੇ। ਅਤੇ ਅਸੀਂ ਮੰਨ ਲੈਂਦੇ ਹਾਂ ਕਿ ਸਾਡੇ ਕੋਲ ਇੱਕ ਵਾਇਰ ਹੈ, ਸਪੋਜ਼ ਸਾਡੇ ਕੋਲ ਇਹ ਵਾਇਰ ਹੈ ਜਿਸ ਦੇ ਵਿੱਚ ਆਈ ਕਰੰਟ ਫਲੋ ਕਰ ਰਿਹਾ ਹੈ। ਅਸੀਂ ਇਸ ਵਾਇਰ ਦੀ ਵਜ੍ਹਾ ਨਾਲ ਕਿਸੇ ਪੁਆਇੰਟ ਦੇ ਉੱਤੇ ਮੈਗਨੈਟਿਕ ਫੀਲਡ ਕੱਢਣੀ ਹੈ। ਤਾਂ ਜਿਸ ਪੁਆਇੰਟ ਦੇ ਉੱਤੇ ਫੀਲਡ ਕੱਢਣੀ ਹੈ ਅਸੀਂ ਉਸ ਪੁਆਇੰਟ ਦੇ ਥਾਣੀ ਇੱਕ ਲੂਪ ਖਿੱਚ ਲਾਂਗੇ ਜਿਸ ਨੂੰ ਐਂਪੀਰੀਅਲ ਲੂਪ ਬੋਲਦੇ ਨੇ। ਆਊਟਸਾਈਡ ਦਾ ਵਾਇਰ ਅਗਰ ਅਸੀਂ ਇਸ ਨੂੰ ਹੱਲ ਕਰੀਏ ਤਾਂ ਬਾਏ ਸਿਮੈਟਰੀ ਦਾ ਮਤਲਬ ਹੈ ਕਿਉਂਕਿ ਲੂਪ ਸਰਕੂਲਰ ਹੈ
ਸਿਮੈਟਰੀਕਲ ਹੈ। ਤਾਂ ਇਸ ਕਰਕੇ ਜਿਹੜੀ ਬੀ ਦੀ ਡਾਇਰੈਕਸ਼ਨ ਹੈ ਡੀ ਐਲ ਦੇ ਕੀ ਆ ਜਾਏਗੀ, ਪੈਰਲਲ ਆ ਜਾਏਗੀ। ਅੱਗੇ ਅਸੀਂ ਦੇਖਾਂਗੇ, ਹੁਣ ਅਸੀਂ ਇਸ ਲੂਪ ਦੇ ਥਾਣੀ ਅੰਪੀਰਲ ਸਰਕਟਲ ਲਾਅ ਨੂੰ ਲਗਾ ਦਾਂਗੇ। ਤਾਂ ਅੰਪੀਰਲ ਸਰਕਟਲ ਲਾਅ ਕਿਆ ਹੁੰਦਾ ਹੈ ਕਿ ਬੀ ਡੋਟ ਡੀ ਐਲ ਦਾ ਇੰਟੀਗ੍ਰੇਸ਼ਨ ਨੂੰ ਹੱਲ ਕਰਨਾ, ਔਰ ਇਸ ਦੀ ਵੈਲਿਊ ਸਾਨੂੰ ਪਤਾ ਹੈ ਕਿ ਮਿਊ ਨੋਟ ਟਾਈਮ ਆਫ ਆਈ ਇਨਕਲੋਜ਼ ਦੇ ਇਕੁਅਲ ਹੁੰਦੀ ਹੈ। ਤਾਂ ਇਸ ਇੰਟੀਗ੍ਰੇਸ਼ਨ ਨੂੰ ਅਗਰ ਅਸੀਂ ਹੱਲ ਕਰੀਏ ਇਸ ਲੂਪ ਦੇ ਥਾਣੀ, ਤਾਂ ਅਸੀਂ ਲਿਖਾਂਗੇ ਕਿਉਂਕਿ ਬੀ ਤਾਂ ਡੀ ਐਲ ਤਾਂ ਦੋਨੋਂ ਪੈਰਲਲ ਨੇ, ਇਸ ਕਰਕੇ ਬੀ ਡੀ ਐਲ ਦੇ ਵਿੱਚ ਐਂਗਲ ਹੋ ਜਾਏਗਾ 0। ਤਾਂ ਜਦੋਂ ਅਸੀਂ ਇਸ 'ਤੇ ਆਪਰੇਸ਼ਨ ਲਗਾਵਾਂਗੇ ਡਾਟ ਪ੍ਰੋਡਕਟ ਦਾ ਬੀ ਡੀ ਐਲ ਕੋਸ ਥੀਟਾ, ਤਾਂ ਥੀਟਾ 0 ਹੋ ਗਿਆ। ਤਾਂ ਸਾਡੇ ਕੋਲ ਆਨਸਰ ਕਿੰਨਾ ਨਿਕਲ ਆਏਗਾ, ਬੀ ਡੀ ਐਲ। ਫਿਰ ਬੀ ਨੂੰ ਅਸੀਂ ਇੰਟੀਗ੍ਰੇਸ਼ਨ ਸਾਈਨ ਤੋਂ ਬਾਹਰ ਲੈ ਲਾਂਗੇ, ਉਹ ਇਸ ਕਰਕੇ ਕਿਉਂਕਿ ਸਿਮਟਰੀ ਹੈ ਨਾ, ਕਿਉਂਕਿ ਲੂਪ ਜਿਹੜੀ ਹੈ ਉਹ ਸਰਕੂਲਰ ਹੈ, ਇਸ ਕਰਕੇ ਬੀ ਇੰਟੀਗ੍ਰੇਸ਼ਨ ਸਾਈਨ ਤੋਂ ਬਾਹਰ ਆ ਜਾਏਗਾ। ਦੈਨ ਡੀ ਐਲ ਆ ਜਾਏਗਾ ਆਪਣੇ ਕੋਲ, ਇੰਟੀਗ੍ਰੇਸ਼ਨ ਆਫ ਡੀ ਐਲ ਅੰਦਰ ਰਹਿ ਜਾਏਗਾ। ਐਂਡ ਇੰਟੀਗ੍ਰੇਸ਼ਨ ਆਫ ਡੀ ਐਲ ਨੂੰ ਅਸੀਂ ਕਿੰਨਾ ਲਿਖ ਪਾਵਾਂਗੇ, 2 ਪਾਈ ਆਰ। 2 ਪਾਈ ਆਰ ਦਾ ਮਤਲਬ ਹੈ ਕਿ ਪੂਰੇ ਦਾ ਇਸ ਦਾ ਇੰਟੀਗ੍ਰੇਸ਼ਨ ਹੋ ਜਾਏਗਾ। ਡੀ ਐਲ ਤਾਂ ਥੋੜ੍ਹਾ ਜਿਹਾ ਇੱਥੇ ਐਲੀਮੈਂਟ ਸੀ ਸਾਡੇ ਕੋਲ, ਛੋਟਾ ਜਿਹਾ ਐਲੀਮੈਂਟ, ਉਸ ਐਲੀਮੈਂਟ ਦਾ ਜਦੋਂ ਅਸੀਂ ਇੰਟੀਗ੍ਰੇਸ਼ਨ ਕਰ ਦਾਂਗੇ, ਇੰਟੀਗ੍ਰੇਸ਼ਨ ਤੋਂ ਮਤਲਬ ਜੋੜ ਦੇਣਾ, ਤਾਂ ਸਾਡੇ ਕੋਲ ਸਾਰੇ ਦਾ ਸਾਰੀ ਲੈਂਥ ਨਿਕਲ ਆਏਗੀ। ਡੀ ਐਲ ਥੋੜ੍ਹੀ ਜਿਹੀ ਲੈਂਥ ਸੀ, ਇੰਟੀਗ੍ਰੇਸ਼ਨ ਕਰਨ ਤੋਂ ਬਾਅਦ ਸਾਰੀ ਆ ਜਾਏਗੀ। ਤਾਂ ਸਾਰੀ ਤਾਂ 2 ਪਾਈ ਆਰ ਹੀ ਹੋਏਗੀ, ਕਿਉਂਕਿ ਇਹਦਾ ਸਰਕਮਫਰੈਂਸ 2 ਪਾਈ ਆਰ ਹੋਏਗਾ। ਤਾਂ ਮਤਲਬ ਇਹ ਹੋ ਗਿਆ ਕਿ ਬੀ ਡੋਟ ਡੀ ਐਲ ਦਾ ਜਿਹੜਾ ਜਵਾਬ ਹੈ ਉਹ ਅਸੀਂ ਬੀ ਇੰਟੂ 2 ਪਾਈ ਆਰ ਕੱਢ ਲਿਆ ਹੈ। ਤਾਂ ਇਹ ਜਿਹੜਾ ਬੀ ਇੰਟੂ 2 ਪਾਈ ਆਰ ਹੈ, ਇਹ ਅਸੀਂ ਜਾਣਦੇ ਹਾਂ ਕਿ ਐਂਪੀਰੀਅਲ ਲਾਅ ਦੇ ਅਕੋਰਡਿੰਗ ਇਹ ਮਿਊ ਨੋਟ ਟਾਈਮ ਆਫ ਆਈ ਇਨਕਲੋਜ਼ ਦੇ ਇਕੁਅਲ ਹੋਏਗਾ। ਤਾਂ ਇਸ ਕਰਕੇ ਅਸੀਂ ਬੀ ਇੰਟੂ 2 ਪਾਈ ਆਰ ਨੂੰ ਮਿਊ ਨੋਟ ਟਾਈਮ ਆਫ ਆਈ ਇਨਕਲੋਜ਼ ਦੇ ਬਰਾਬਰ ਰੱਖ ਦਿੱਤਾ ਹੈ। ਇੱਥੋਂ ਅਸੀਂ ਅਗਰ ਬੀ ਕੱਢ ਲਈਏ ਤਾਂ ਸਾਡੇ ਕੋਲ ਜੋ ਬੀ ਆ ਜਾਏਗਾ ਉਸ ਦੀ ਵੈਲਿਊ ਇੰਨੀ ਆ ਜਾਏਗੀ, ਮਿਊ ਨੋਟ ਟਾਈਮ ਆਫ ਆਈ ਇੰਟੂ 2 ਪਾਈ ਆਰ। ਇਹ ਸਾਡੇ ਕੋਲ ਮੈਗਨੈਟਿਕ ਫੀਲਡ ਦੀ ਵੈਲਿਊ ਨਿਕਲ ਕੇ ਆ ਜਾਏਗੀ ਇਸ ਕੇਸ ਦੇ ਵਾਸਤੇ। ਹੁਣ ਅਸੀਂ ਮੈਗਨੈਟਿਕ ਫੀਲਡ ਉਸ ਵਾਇਰ ਦੇ ਅੰਦਰ ਕੱਢਾਂਗੇ। ਪਹਿਲਾਂ ਅਸੀਂ ਬਾਹਰ ਕੱਢ ਰਹੇ ਸੀ, ਹੁਣ ਅਸੀਂ ਵਾਇਰ ਦੇ ਅੰਦਰ ਕੱਢਾਂਗੇ। ਮੈਗਨੈਟਿਕ ਫੀਲਡ ਇਨਸਾਈਡ ਅ ਲੌਂਗ ਥਿਕ ਵਾਇਰ ਆਫ ਰੇਡੀਅਸ ਏ, ਜਿਸ ਦਾ ਰੇਡੀਅਸ ਅਸੀਂ ਮੰਨ ਲੈਂਦੇ ਹਾਂ ਕਿ ਏ ਹੈ। ਸਪੋਜ਼ ਇਸ ਤਰ੍ਹਾਂ ਦੀ ਵਾਇਰ ਹੈ ਸਾਡੇ ਕੋਲ, ਇਸ ਦੀ ਹੁਣ ਕੋਈ ਥਿਕਨੈਸ ਵੀ ਹੈ, ਕੋਈ ਮੋਟਾਈ ਹੈ। ਤਾਂ ਪਹਿਲਾਂ ਤਾਂ ਅਸੀਂ ਇੱਥੇ ਮੈਗਨੈਟਿਕ ਫੀਲਡ ਕੱਢ ਰਹੇ ਸੀ ਜਿੱਥੇ 1 ਲੂਪ ਬਣਾ ਰੱਖੀ ਹੈ, ਮਤਲਬ ਬਾਹਰ ਵਾਇਰ ਤੋਂ। ਹੁਣ ਅਸੀਂ ਅੰਦਰ ਕੱਢਾਂਗੇ ਜਿੱਥੇ ਲੂਪ 2 ਬਣਾ ਰੱਖੀ ਹੈ, ਅੰਦਰ ਮਤਲਬ ਇਸ ਵਾਇਰ ਦੇ ਅੰਦਰ ਹੀ ਕਿਸੇ ਪੁਆਇੰਟ ਦੇ ਉੱਤੇ ਮੈਗਨੈਟਿਕ ਫੀਲਡ ਪਤਾ ਕਰਾਂਗੇ। ਅਗਰ ਇਸ ਵਾਇਰ ਨੂੰ ਅਸੀਂ ਬਾਹਰੋਂ ਦੇਖੀਏ, ਉੱਪਰੋਂ ਮਤਲਬ ਸਾਹਮਣੇ ਦੇ ਤੌਰ ਤੋਂ, ਜਿੱਧਰ ਨੂੰ ਇਹਦੀ ਲੈਂਥ ਵੱਧ ਰਹੀ ਹੈ ਉੱਧਰੋਂ ਅਸੀਂ ਅਗਰ ਇਸ ਨੂੰ ਦੇਖੀਏ ਤਾਂ ਸਾਨੂੰ ਇਹਦਾ ਜਿਹੜਾ ਕ੍ਰੋਸ ਸੈਕਸ਼ਨ ਹੈ, ਮਤਲਬ ਇੱਕ ਸਾਈਡ ਤੋਂ ਦੇਖਣ ਤੋਂ, ਉਹ ਸਾਨੂੰ ਇਸ ਤਰ੍ਹਾਂ ਦਾ ਨਜ਼ਰ ਆਏਗਾ ਕਿ ਇਹ ਵਾਇਰ ਹੈ ਜਿਸ ਦਾ ਰੇਡੀਅਸ ਏ ਹੈ, ਇਹ ਇਸ ਦਾ ਰੇਡੀਅਸ ਹੋ ਜਾਏਗਾ। ਅੰਦਰ ਵਾਲਾ ਜੋ ਆਪਣੇ ਕੋਲ ਬਣਾ ਰੱਖਿਆ ਹੈ ਇਹ ਅੰਪੀਰੀਅਲ ਲੂਪ ਹੈ ਜਿਸ ਦਾ ਰੇਡੀਅਸ ਅਸੀਂ ਆਰ ਮੰਨ ਲਿਆ ਹੈ। ਤਾਂ ਕ੍ਰੋਸ ਸੈਕਸ਼ਨ ਸਾਨੂੰ ਇਸ ਤਰ੍ਹਾਂ ਦਾ ਦਿਖਾਈ ਦੇਗਾ। ਹੁਣ ਅਸੀਂ ਅੰਪੀਰੀਅਲ ਲਾਅ ਲਗਾਵਾਂਗੇ ਇਸ ਲੂਪ ਦੇ ਵਾਸਤੇ, ਜਿਹੜੀ ਅਸੀਂ ਇੱਥੇ ਬਣਾ ਰੱਖੀ ਹੈ ਇਹਦੇ ਵਾਸਤੇ ਅਸੀਂ ਅੰਪੀਅਰਸ ਲਾਅ ਲਗਾਵਾਂਗੇ। ਤਾਂ ਅੰਪੀਅਰਸ ਲਾਅ ਜਿਵੇਂ ਲਗਾਵਾਂਗੇ ਸਾਡੇ ਕੋਲ ਇੰਨਾ ਨਿਕਲ ਕੇ ਆ ਜਾਏਗਾ ਕਿ ਬੀ ਡੋਟ ਡੀ ਐਲ, ਫਿਰ ਇਸ ਦੇ ਵਾਸਤੇ ਵੀ ਸੇਮ ਪਿਛਲੇ ਵਾਲੇ ਦੀ ਤਰ੍ਹਾਂ ਹੀ ਬੀ ਤੇ ਡੀ ਐਲ ਦੇ ਵਿੱਚ ਐਂਗਲ 0 ਹੋਏਗਾ। ਤਾਂ ਬੀ ਡੋਟ ਡੀ ਐਲ ਦਾ ਆਨਸਰ ਬੀ ਡੀ ਐਲ ਆ ਜਾਏਗਾ। ਫਿਰ ਬੀ ਨੂੰ ਅਸੀਂ ਬਾਹਰ ਕੱਢ ਲਾਂਗੇ ਇੰਟੀਗ੍ਰੇਸ਼ਨ ਸਾਈਨ ਤੋਂ, ਤਾਂ ਇਸ ਤਰ੍ਹਾਂ ਆ ਜਾਏਗਾ। ਫਿਰ ਉਸ ਤੋਂ ਬਾਅਦ ਡੀ ਐਲ ਦਾ ਇੰਟੀਗ੍ਰੇਸ਼ਨ ਕਿਆ ਆ ਜਾਏਗਾ, 2 ਪਾਈ ਆਰ। ਇਹ ਸੇਮ ਉਸੇ ਤਰ੍ਹਾਂ ਹੀ ਹੈ ਜਿਵੇਂ ਪਿੱਛੇ ਦੱਸਿਆ ਗਿਆ ਹੈ, ਬਿਲਕੁਲ ਉਸੇ ਤਰ੍ਹਾਂ ਹੀ ਇਹ ਸਾਰਾ ਇੱਥੋਂ ਤੱਕ ਕੈਲਕੂਲੇਸ਼ਨ ਹੋ ਜਾਏਗਾ। ਫਿਰ ਅਸੀਂ ਜਾਣਦੇ ਹਾਂ ਕਿ ਇਸ ਦੀ ਵੈਲਿਊ ਜੋ ਹੁੰਦੀ ਹੈ ਬੀ ਡੋਟ ਡੀ ਐਲ ਦੀ, ਜਿਸ ਨੂੰ ਹੱਲ ਕਰਕੇ ਇਹ ਨਿਕਲ ਆਇਆ ਹੈ, ਦਿਸ ਇਜ਼ ਇਕੁਅਲ ਟੂ ਦਾ ਮਿਊ ਨੋਟ ਟਾਈਮ ਆਫ ਆਈ ਇਨਕਲੋਜ਼। ਜਿਹੜਾ ਆਈ ਸੀ ਹੈ ਸਾਡੇ ਕੋਲ ਇੱਥੇ, ਆਈ ਸੀ ਆਪਣੇ ਕੋਲ ਹੁੰਦਾ ਹੈ ਜਿਹੜਾ ਲੂਪ ਦੇ ਅੰਦਰ ਕਿੰਨਾ ਕਰੰਟ ਹੁੰਦਾ ਹੈ, ਅੰਪੀਰੀਅਲ ਲੂਪ ਦੇ ਅੰਦਰ। ਜਿਵੇਂ ਇੱਥੇ ਵਾਇਰ ਹੈ ਨਾ, ਇਸ ਵਾਇਰ ਦੇ ਵਿੱਚ ਆਈ ਕਰੰਟ ਫਲੋ ਹੋ ਰਿਹਾ ਹੈ, ਤਾਂ ਆਈ ਸੀ ਆਪਣੇ ਕੋਲ ਕੀ ਆ ਜਾਏਗਾ, ਜਿਹੜਾ ਇਸ ਲੂਪ ਦੇ ਅੰਦਰ ਜੋ ਕਰੰਟ ਫਲੋ ਹੋ ਰਿਹਾ ਹੈ। ਆਈ ਸੀ ਇਜ਼ ਦਾ ਕਰੰਟ ਇਨ ਦਾ ਇਨਕਲੋਜ਼ ਬਾय ਦਾ ਪਾਥ, ਮਤਲਬ ਅੰਪੀਰੀਅਲ ਲੂਪ ਦੇ ਅੰਦਰ ਦਾ। ਐਂਡ ਇਸ ਦੀ ਵੈਲਿਊ ਅਸੀਂ ਕੱਢ ਸਕਦੇ ਹਾਂ। ਸਾਨੂੰ ਪਤਾ ਹੈ ਸਾਰੀ ਵਾਇਰ ਦੇ ਅੰਦਰ ਕਰੰਟ ਆਈ ਫਲੋ ਕਰ ਰਿਹਾ ਹੈ, ਤੇ ਆਈ ਜਿਹੜਾ ਕਰੰਟ ਫਲੋ ਕਰ ਰਿਹਾ ਹੈ ਉਹ ਪੂਰੇ ਏਰੀਆ ਦੇ ਅੰਦਰ ਫਲੋ ਕਰ ਰਿਹਾ, ਜਿਸ ਦਾ ਏਰੀਆ ਹੈ ਪਾਈ ਆਰ ਸਕੁਅਰ। ਤਾਂ ਅਸੀਂ ਯੂਨਿਟਰੀ ਮੈਥਡ ਲਗਾ ਕੇ ਕੱਢ ਸਕਦੇ ਹਾਂ ਕਿ ਇਹ ਛੋਟਾ ਜਿਹਾ ਜਿਹੜਾ ਏਰੀਆ ਹੈ ਜਿਸ ਦਾ ਰੇਡੀਅਸ ਹੈ ਸਮਾਲ ਆਰ ਹੈ, ਜਿਸ ਸਰਕੂਲਰ ਪਾਥ ਦਾ, ਉਸ ਦੇ ਅੰਦਰ ਕਿੰਨਾ ਕਰੰਟ ਫਲੋ ਹੋਏਗਾ। ਇਹ ਉਸੇ ਤਰ੍ਹਾਂ ਹੀ ਨਿਕਲੇਗਾ ਜਿਵੇਂ ਸਾਡੇ ਕੋਲ ਇਸ ਤਰ੍ਹਾਂ ਦਾ ਸਵਾਲ ਹੁੰਦਾ ਹੈ ਕਿ ਮੰਨ ਲਓ 5 ਪੈਨਸਲਾਂ 50 ਰੁਪਈਆਂ ਦੀਆਂ ਨੇ, ਅਤੇ ਤੁਸੀਂ ਦੱਸੋ ਕਿ 15 ਪੈਨਸਲਾਂ ਕਿੰਨੇ ਦੀਆਂ ਆ ਜਾਣਗੀਆਂ।
ਤਾਂ ਸੇਮ ਇਸੇ ਤਰ੍ਹਾਂ ਦੇ ਨਾਲ ਅਗਰ ਆਈ ਕਰੰਟ ਫਲੋ ਕਰ ਰਿਹਾ ਹੈ किसी रेडियस ए वाले पास के अंदर तो सानू ये दसना है कि स्मॉल आर वाले पास के कितना करंट फ्लो करेगा। तो वो असीं यूनिटरी मैथड लगा के कढ़ लिया है कि पर यूनिट एरिया के अंदर कितना करेगा आई डिवाइडेड बाय पाई ए स्केयर। तो इन्ना जिहड़ा एरिया आएगा उस दे विच करंट कितना फ्लो करेगा उस नाल मल्टीप्लाई करके इन्ना साडे कोल जवाब आ जाएगा। हुण ये जिहड़ा करंट है ये एम्पीरियल लूप के अंदर का करंट आ गया, इसनूं असीं उप्पर इत्थे भर दांगे। तो भरन तो बाद जिहड़ा बी की वैल्यू है साडे कोल इन्नी निकल के आएगी, तुसीं इत्थों हल करके देख सकते हो। तो बी इन्ना आ जाएगा। जिवें ही अगे इसनूं हल करांगे एक आर नाल आर कट्टिया जाएगा तो इन्ना साडे कोल जवाब निकल के आ जाएगा बी का। अगे फील्ड ड्यू टू जिहड़ी आपां लॉन्ग स्ट्रेट वायर कड्ढी है, अगर उहदे आपां रिजल्ट नूं देखीए बी ते आर दे विच ग्राफ बनाईए तो वह ग्राफ कुछ इस तरह का दिखाई देगा। इस तरीके दे नाल अंदर जो है मैगनैटिक फील्ड वो आर दे नाल वधेगी। फील्ड इज़ प्रपोर्शनल टू द आर इनसाइड द वायर। आप इत्थों देख सकते हैं कि मैगनैटिक फील्ड आर दे प्रपोर्शनल है, अंदर मैगनैटिक फील्ड वध रही है आर दे नाल। जिवें जिवें आर वधेगा तिवें तिवें मैगनैटिक फील्ड वधेगी। उही इत्थे ग्राफ दे विच शो हो रखा है कि बी इज़ इनक्रीजिंग विद द आर। आउटसाइड द वायर की हो जाएगा, जिवें जिवें आर वधेगा तिवें तिवें मैगनैटिक फील्ड घटदी जाएगी। इत्थे लिख रखा है। तो सो आउटसाइड द वायर इट इज़ वेयरिंग विद 1/r। तो आर वधेगा तिवें तिवें मैगनैटिक फील्ड घटेगी एंड ग्राफ इस तरह के नाल दिखाई देगा। तो ये जो दोनों ही रिजल्ट ने ये बहुत इंपॉर्टेंट ने, याद भी रखने ने कि इनसाइड द वायर मैगनैटिक फील्ड कितनी हुंदी है और इत्थे किहड़ी किहड़ी वैल्यू की सानू दर्शा रही है वह भी पता होना चाहिए। सेम आउटसाइड द वायर भी कितनी मैगनैटिक फील्ड की वैल्यू है, दोनों फॉर्मूले याद रखने ने। तो यही अपने कोल टॉपिक सी। दिस इज़ द अंपीयर्स लॉ एंड अंपीरियल लूप बना के आपां किद्दां उसकी इंटीग्रेशन करते हैं बी डॉट डी एल की, वो असी इस टॉपिक दे विच असी समझा तो इस लॉ के बारे जानिया है। तो दिस इज़ ऑल। तो थैंक यू फॉर ऑल ऑफ दिस।